शुक्र कर, ना दे तो सब्र कर। नमस्कार, आदाब, सत श्री अकाल, आप सभी को राधा स्वामी। आप देख रहे हैं सिटी वेब न्यूज और मैं हूं आपके साथ प्रीति चंद्रा। राधा स्वामी सत्संग व्यास के प्रमुख गुरु न केवल सवाल जवाब सत्र के दौरान प्रश्नों का उत्तर देते हैं, बल्कि उदाहरण देकर सभी के ज्ञान चक्षु भी खोलते हैं। इस वीडियो में भी राधा स्वामी सत्संग व्यास से जुड़ी संगत ने भूत प्रेत आत्मा जन्म का उद्देश्य भजन बंदगी में ध्यान लगाने को लेकर अनेकों सवाल किए, जिस पर बाबाजी ने क्या कहा, देखिए। बाबाजी, मैंने सुना है कि जो लोग सुसाइड कमिट कर लेते हैं उनकी आत्मा भटकती रहती है और भूत प्रेत बन जाती है। एंड सेकेंडली, भूत प्रेत होते हैं, भूत प्रेत स्पिरिट्स और हॉन्टेड हाउसेस वगैरह ऐसे होते हैं या नहीं? जो सुसाइड कमिट करते हैं उनकी आत्मा का क्या होता है? डू दे गेट रीबर्थ राइट अवे और But they will have to pay the price. They will have to pay the price, because you are going against the law of nature. You are going against what the Lord has given you. I mean, taking your own life means you have not appreciated what He has given you. You have used your own mind to see right and wrong, and then you have to sort of take the burden of that. Thank you, Babaji. ਬਾਬਾ ਜੀ, ਬਹੁਤ ਗਿਣਤੀ ਵਿੱਚ ਇਨਸਾਨ ਨੂੰ ਪਤਾ ਹੀ ਨਹੀਂ ਕਿ ਮਨੁੱਖ ਜਨਮ ਦਾ ਕੀ ਉਦੇਸ਼ ਹੈ ਔਰ ਇਹ ਜਨਮ ਜਾਂ ਮਨੁੱਖੀ ਦੇਹ ਕਿੰਨੀ ਮੁਸ਼ਕਲਾਂ ਨਾਲ ਮਿਲੀ ਹੈ। ਇਸ ਦਾ ਗਿਆਨ ਜਨਤਾ ਨੂੰ ਕਿਵੇਂ ਜਾਂ ਇਨਸਾਨ ਨੂੰ ਕਿਵੇਂ ਦਿੱਤਾ ਜਾਵੇ? ਦੇਖੋ, ਜਿਹਦੇ ਉੱਤੇ ਮਾਲਕ ਦੀ ਬਖਸ਼ਿਸ਼ ਹੁੰਦੀ ਹੈ ਉਹੀ ਇਹਨਾਂ ਚੀਜ਼ਾਂ ਨੂੰ ਸਮਝ ਸਕਦਾ ਹੈ। ਹੁਣ ਆਪਾਂ ਦੇਖੀਏ ਕਿੰਨੇ ਸੰਤ ਮਹਾਤਮਾ ਆਏ ਹੈ, ਉਹਨਾਂ ਦਾ ਪਰਿਵਾਰ ਵੀ ਸੀ, ਉਹਨਾਂ ਦੇ ਯਾਰ ਦੋਸਤ ਵੀ ਸੀ, ਸਾਰਿਆਂ ਨੂੰ ਉਹਨਾਂ ਵਿੱਚ ਵਿਸ਼ਵਾਸ ਤਾਂ ਨਹੀਂ ਨਾ ਹੋਇਆ। ਸੋ ਇਹ ਵੀ ਬਖਸ਼ਿਸ਼ ਦੀ ਗੱਲ ਹੀ ਹੈ। ਔਰ ਜਿੰਨਾ ਚਿਰ ਉਹਦੀ ਬਖਸ਼ਿਸ਼ ਨਾ ਹੋਵੇ ਉਹ ਜਾਗਰਤਾ ਨਹੀਂ ਆਉਂਦੀ, ਔਰ ਜਾਗਰਤਾ ਤੋਂ ਬਗੈਰ ਆਪਾਂ ਪਰਮਾਰਥ ਦੇ ਤਰਫ ਨਹੀਂ ਵਧਾਂਗੇ। ਸਾਡਾ ਧਿਆਨ ਦੁਨੀਆ ਵਿੱਚ ਹੀ ਰਹੂਗਾ। ਹੁਣ ਜਿੰਨੀ ਗਹਿਰਾਈ ਵਿੱਚ ਆਪਾਂ ਦੁਨਿਆਵੀ ਚੀਜ਼ਾਂ ਬਾਰੇ ਸੋਚਦੇ ਹਾਂ, ਕਿੰਨੇ ਕੁ ਹੈਗੇ ਆ ਉਨੀ ਗਹਿਰਾਈ ਵਿੱਚ ਪਰਮਾਰਥ ਬਾਰੇ ਸੋਚਦੇ ਆ ਬੇਟਾ? ਠੀਕ ਹੈ ਨਾ? ਸੋ ਜਿੱਧਰ ਧਿਆਨ ਹੈ, ਜਹਾਂ ਆਸਾ ਤਹਾਂ ਵਾਸਾ। ਹੁਣ ਇਸ ਵਕਤ ਜ਼ਿਆਦਾਤਰ ਸਾਡਾ ਧਿਆਨ ਦੁਨਿਆਵੀ ਚੀਜ਼ਾਂ ਵਿੱਚ ਹੈ, ਉਹਨਾਂ ਦੀ ਗਹਿਰਾਈ ਵਿੱਚ ਜਾਂਦੇ ਹਾਂ, ਉਹਨਾਂ ਦਾ ਹੱਲ ਲੱਭਣ ਦੀ ਸਮਝ ਕਰਦੇ ਹਾਂ। ਇਹ ਉਹਦੀ ਬਖਸ਼ਿਸ਼ ਹੈ ਕਿ ਜਦੋਂ ਪਰਮਾਰਥ ਵੱਲ ਸਾਡਾ ਧਿਆਨ ਜਾਂਦਾ ਹੈ ਤਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਹਨਾਂ ਚੀਜ਼ਾਂ ਦਾ ਅਹਿਸਾਸ ਹੋਊਗਾ ਨਾ। ਹੁਣ ਆਪਾਂ ਵੀ ਠੀਕ ਹੈ ਕਿ ਆਪਣੇ ਵਿੱਚੋਂ ਕਈ ਹੈ ਜੋ ਸ਼ੁਰੂ 'ਚ ਹੀ ਉਸ ਫੈਮਿਲੀ ਵਿੱਚ ਜੰਮੇ ਸੀਗੇ, ਮਗਰ ਜਿਹੜਾ ਬਾਹਰਲਾ ਕੋਈ ਹੈਗਾ ਉਹਨਾਂ ਵਿੱਚੋਂ ਕਿੰਨੇ ਹਨ ਜੋ ਇਸ ਤਰਫ ਧਿਆਨ ਦਿੰਦੇ ਹੈਗੇ ਆ ਜਾਂ ਸਮਝਣ ਦੀ ਕੋਸ਼ਿਸ਼ ਕਰਦੇ ਆ। ਆਪਾਂ ਤਾਂ ਰੋਜ਼ਮਰਾ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ 'ਚ ਹੀ ਇੰਨੇ ਦੱਬੇ ਹੋਏ ਹਾਂ ਕਿ ਵਕਤ ਹੀ ਨਹੀਂ ਮਿਲਦਾ ਸੋਚਣ ਨੂੰ ਕਿ ਮੇਰਾ ਵਜੂਦ ਕੀ ਹੈ, ਮੇਰੀ ਹਸਤੀ ਕੀ ਹੈ, ਮੇਰਾ ਲਕਸ਼ ਕੀ ਹੈ। ਔਰ ਜਿੰਨਾ ਚਿਰ ਆਪਾਂ ਥੋੜ੍ਹਾ ਜਿਹਾ ਵਕਤ ਕੱਢ ਕੇ ਇਹਨਾਂ ਚੀਜ਼ਾਂ ਬਾਰੇ ਸੋਚਾਂਗੇ ਨਹੀਂ, ਕਿਵੇਂ ਸਾਨੂੰ ਪਤਾ ਚੱਲੂਗਾ? ਬਾਬਾ ਜੀ ਕਹਿੰਦੇ ਨੇ, ਆਪਾਂ ਪੜ੍ਹਦੇ ਵੀ ਹਾਂ, ਸਤਸੰਗ ਵਿੱਚ ਵੀ ਦੱਸਿਆ ਜਾਂਦਾ ਹੈ ਕਿ ਸੈਲਫ ਰੀਅਲਾਈਜੇਸ਼ਨ ਬਿਫੋਰ ਗੋਡ ਰੀਅਲਾਈਜੇਸ਼ਨ। ਇਸ ਤੋਂ ਕੀ ਭਾਵ ਹੈ ਅਤੇ ਇਹ ਕਿਸ ਲੈਵਲ 'ਤੇ ਜਾ ਕੇ ਇਸ ਦਾ ਗਿਆਨ ਹੁੰਦਾ ਹੈ? ਦੇਖੋ, ਸੈਲਫ ਰੀਅਲਾਈਜੇਸ਼ਨ ਮੀਨਸ ਆਪਣੇ ਆਪ ਨੂੰ ਪਹਿਚਾਨਣਾ। ਬਾਣੀ 'ਚ ਆਪਾਂ ਪੜ੍ਹਦੇ ਹਾਂ, ਸੋ ਜਨ ਨਿਰਮਲ ਜਨ ਆਪ ਪਛਾਤਾ। ਠੀਕ ਹੈ ਨਾ? ਸੋ ਪਹਿਲਾਂ ਆਪਣੀ ਪਹਿਚਾਨ ਕਰਨੀ ਹੈ। ਜਿੰਨਾ ਚਿਰ ਇਨਸਾਨ ਨੂੰ ਆਪਣੀ ਪਹਿਚਾਨ ਨਹੀਂ, ਆਪਾਂ ਦੂਜਿਆਂ ਦਾ ਕੀ ਸਹਾਰਾ ਬਣਾਂਗੇ, ਦੂਜਿਆਂ ਨੂੰ ਕੀ ਸਮਝਾਵਾਂਗੇ? ਸੋ ਪਹਿਲਾਂ ਤਾਂ ਆਪਣੀ ਖੋਜ ਕਰਨੀ ਚਾਹੀਦੀ ਹੈ ਨਾ। ਇਹ ਜ਼ਿੰਦਗੀ ਇੱਕ ਖੋਜ ਹੈਗੀ ਹੈ। ਹੁਣ ਖੋਜ ਦਾ ਮਤਲਬ ਹੈ ਕਿ ਆਪਣੇ ਹਰੇਕ ਵਿੱਚ ਤਾਕਤ ਵੀ ਹੈ, ਕਮਜ਼ੋਰੀ ਵੀ ਹੈ। ਹੁਣ ਜਿੰਨਾ ਚਿਰ ਮੈਨੂੰ ਆਪਣੀਆਂ ਤਾਕਤਾਂ ਦਾ ਅਹਿਸਾਸ ਨਹੀਂ ਹੋਊਗਾ, ਮੈਂ ਕਿਵੇਂ ਕਮਜ਼ੋਰੀਆਂ ਉੱਤੇ ਕਾਬੂ ਪਾਊਂਗਾ? ਜੇ ਸਾਰੀ ਉਮਰ ਮੈਂ ਇੱਕ ਇਸ ਤਰ੍ਹਾਂ ਗੁਜ਼ਾਰ ਲਈ ਕਿ ਮੈਂ ਪਹਿਚਾਨ ਹੀ ਨਹੀਂ ਸਕਿਆ, ਮੈਂ ਇੱਕ ਭਰਮ 'ਚ ਹੀ ਜ਼ਿੰਦਗੀ ਗੁਜ਼ਾਰ ਲਈ ਕਿ ਬਈ ਮੈਂ ਆਹ ਕਰ ਸਕਦਾ ਜਾਂ ਆਹ ਮੇਰੀ ਤਾਕਤ ਹੈ ਜਾਂ ਇਹ ਹੈ, ਤਾਂ ਪਹਿਚਾਨ ਤਾਂ ਨਹੀਂ ਨਾ ਮੈਂ ਕਰ ਪਿਆ ਸੱਚੀ ਤਰ੍ਹਾਂ। ਸੋ ਸੈਲਫ ਰੀਅਲਾਈਜੇਸ਼ਨ ਦਾ ਮਤਲਬ ਹੈ ਕਿ ਆਪਣੀ ਪਹਿਚਾਨ ਕਰਨੀ। ਔਰ ਜਿੱਦਣ ਇਨਸਾਨ ਨੂੰ ਆਪਣੀ ਪਹਿਚਾਨ ਹੋ ਗਈ ਨਾ, ਅਗਲਾ ਕਦਮ ਗੋਡ ਰੀਅਲਾਈਜੇਸ਼ਨ ਦਾ ਆਪਣੇ ਆਪ ਹੀ ਹੋ ਜਾਣਾ। ਕਿਉਂਕਿ ਜਿੱਦਣ ਆਪਣੀ ਪਹਿਚਾਨ ਹੋ ਗਈ ਤਾਂ ਆਪਣੇ ਆਪ ਅਹਿਸਾਸ ਹੋ ਗਿਆ ਕਿ ਅਸੀਂ ਤਾਂ ਹੈ ਹੀ ਸ਼ਬਦ,
और मालिक है शब्द, तो फिर की फर्क रह गया? बाणी विच आपां नूं की समझाया गया? आत्म में राम, राम में आत्म, चीनस गुर विचारा, कि आत्मा विच परमात्मा है, परमात्मा विच आत्मा है, मगर इस भेद नूं कोई विरला ही पहचान पाया हैगा। तो सैल्फ रियलाइजेशन इज उस चीज़ की पहचान, और जिवें जिवें पहचान आऊगी नाल इहदी भी पहचान आऊगी कि असीं मालिक तो वखरे नहीं गए। वो सैल्फ रियलाइजेशन। थैंक यू बाबा जी। Babaji, in our life, we all claim to be religious, and I would use the word spiritual rather than religious. okay, claim to be spiritual, and in our day-to-day life, we are asking the Lord for forgiveness. But when it comes to ourselves, we are not willing to forgive, and even if we forgive, we are not willing to forget. So, what is it that one should be doing towards becoming a better person? देखो, firstly, when we say we are religious or we are spiritual, when we talk about religious, means within the folds of religion. And today for us, although religion means something very different, but for most of us, we've sort of brought religion more towards rituals and ceremonies and the outward do's and don'ts rather than the inward. So when we talk about spirituality, spirituality means more inside than outward. That's why I said spiritual. Now, the question of forgiving others, firstly, who are we to forgive? You know, I mean, I think it's very arrogant if somebody thinks that he has the ability to judge others and to forgive others. Now, there are very few limited things which are in our hands. And one thing we can choose is the measure by which we will be judged. So, if in front of the Lord I want to be forgiven, I want to be loved, I want to be saved, I have to use the same measure for others. I can't say that I'm going to do accounting with somebody else, but nobody should do accounting with me. I want forgiveness from the Lord, but I'm not willing to forgive others. So I will be judged by the same measure as I choose for others. If I don't hold it against others, I will not use the word forgive, because who are we to forgive? But if I don't hold it against others and I'm willing to move on, well, the same will happen with me. But if I get stuck, then I'm increasing my own burden and my own load, because that negativity will weigh me down. I need to let go of that negativity. Anything which is weighing me down, which is hampering me in my progress, I need to get rid of that. And therefore, I would say we should just let go. Any negative emotion, anything which is going to bind us down, we should just let it go and move on. Babaji. Babaji, Sultan Bahu said that Ishq Majazi is the flower and Ishq Hakiki is its fruit. So is it correct to say that Ishq Hakiki cannot be achieved without Ishq Majazi? Well, one is the means, the other is the end. You know, what is Ishq Mizazi? Mizaz means the flavor of a particular time. You know, so each one of us, sometimes we are in love with something, sometimes we are in love with something. But Ishq Hakiki is loving the truth, being one with the truth. So we have to channelize that love. Whatever love we have, if we channelize it towards the Lord, because everything else is impermanent. Now you're going to love impermanent things, they will come and go. There is only one thing which is permanent, and that is the Creator. So if we can channelize that outside love, that will help us towards that awakening within us, to be able to feel and experience that Ishq Hakiki. वीडियो को पूरा देखने के लिए लिंक हमने आपको नीचे डिस्क्रिप्शन में दिया है। राधा स्वामी सत्संग व्यास से जुड़ी हर अपडेट पाने के लिए हमारे चैनल को सब्सक्राइब करें और वीडियो को अधिक से अधिक लाइक एंड शेयर करें।